ਸਤਿ ਸ਼੍ਰੀ ਅਕਾਲ। ਲੋਕਰਣ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਗੁਰਜਿੰਦਰ ਜੀ। ਜੀ ਪਰਮਿੰਦਰ ਜੀ, ਲੁਧਿਆਣਾ ਤੋਂ ਆਸ਼ੂ ਹੋਰੀ ਸਾਰਾ ਦਿਨ ਉਹ ਪੱਟ ਤੇ ਥੱਪੀਆਂ ਮਾਰਦੇ ਵਿਜੀਲੈਂਸ ਦੇ ਦਫ਼ਤਰ ਅੱਗੇ ਬੈਠੇ ਰਹੇ ਕਿ ਸਾਨੂੰ ਗ੍ਰਿਫਤਾਰ ਕਰਕੇ ਦਿਖਾਓ। ਅਸੀਂ ਤਾਂ ਬੈਗ ਵੀ ਨਾਲ ਲੈ ਕੇ ਆਏ ਹਾਂ, ਕੱਪੜੇ ਵੀ ਨਾਲ ਲੈ ਕੇ ਆਏ ਹਾਂ। ਸ਼ਾਮ ਜਿਹਾ ਹੁੰਦਿਆਂ ਫਿਰ ਉਹਨਾਂ ਆਖਰ ਕਰ ਹੀ ਲਿਆ ਇੱਕ ਸੈਲੂਨ ਤੋਂ। ਰਵਨੀਤ ਬਿੱਟੂ ਹੋਰਾਂ ਤੇ ਵੀ ਕਹਿੰਦੇ ਕਿ ਲੁਧਿਆਣਾ ਪੁਲਿਸ ਦੇ ਕੋਲ ਇੱਕ ਸ਼ਿਕਾਇਤ ਦਰਜ ਕਰਵਾਤੀ ਵਿਜੀਲੈਂਸ ਨੇ ਕਿ ਇਹਨਾਂ ਨੇ ਬਣਦੀ ਕਾਰਵਾਈ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਕੱਲ ਦਾ ਦਿਨ ਸੀ, ਕਾਂਗਰਸ ਦਾ ਬੜਾ ਗਹਿਮਾ ਗਹਿਮੀ ਦਾ ਦਿਨ ਰਿਹਾ। ਵਿਜੀਲੈਂਸ ਦਫ਼ਤਰ ਦੇ ਬਾਹਰ ਲਗਾਤਾਰ ਆਪਣਾ ਪ੍ਰਦਰਸ਼ਨ ਕਰਦੇ ਰਹੇ। ਰਾਜਾ ਵੜਿੰਗ ਵੀ ਕਹਿੰਦੇ ਕਿ ਜੇਕਰ 2022 ਦੇ ਵਿੱਚ ਤੁਸੀਂ ਸਾਡੀਆਂ ਫਾਈਲਾਂ ਖੋਲੋਗੇ ਤਾਂ 2027 ਦੇ ਵਿੱਚ ਫਿਰ ਅਸੀਂ ਤੁਹਾਡੀਆਂ ਫਾਈਲਾਂ ਖੋਲਾਂਗੇ। ਇਹ ਵੀ ਇੱਕ ਭਾਵੇਂ ਪਤਾ ਨਹੀਂ ਕਿਹੜੇ ਸੰਦਰਭ ਦੇ ਵਿੱਚ ਰਾਜੇ ਹੋਰਾਂ ਨੇ ਬਿਆਨ ਦਿੱਤਾ, ਪਰ ਅਰਥ ਬੜੇ ਡੂੰਘੇ ਨੇ ਇਸ ਬਿਆਨ ਦੇ। ਇਹਦੇ ਤੇ ਜ਼ਰੂਰ ਗੱਲਬਾਤ ਕਰਾਂਗੇ। ਸੋ ਆਸ਼ੂ ਹੋਰੀ ਗ੍ਰਿਫਤਾਰ ਕਰ ਲਏ ਸਰਕਾਰੀ ਅਫਸਰ ਨੇ, ਜੋ ਉਹਨਾਂ ਦੇ ਉੱਤੇ ਸਕੰਜਾ ਕੱਸਿਆ ਜਾ ਰਿਹਾ। ਉਸ ਤੋਂ ਬਾਅਦ ਜੋ ਯੂਨੀਵਰਸਿਟੀਆਂ ਦੇ ਵੀਸੀ ਨੇ, ਵੀਸੀਆਂ ਦੇ ਉੱਤੇ ਵੀ ਕਹਿੰਦੇ ਕਿ ਤਲਵਾਰ ਲਟਕੀ ਹੋਈ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਸ਼ੂ ਜੀ ਬਾਰੇ। ਜੀ ਬਿਲਕੁਲ ਗੁਰਜਿੰਦਰ ਜੀ, ਆਸ਼ੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਹਾਲਾਂਕਿ ਪਹਿਲਾਂ ਭਾਰਤ ਭੂਸ਼ਣ ਆਸ਼ੂ ਨੇ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀਗੇ, ਮੈਨੂੰ ਜੇ ਗ੍ਰਿਫਤਾਰ ਕਰਨਾ ਤਾਂ 7 ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇ। ਨਾਲ ਇਹ ਵੀ ਕਿਹਾ ਸੀ ਕਿ ਜੇ ਮੇਰੇ ਖਿਲਾਫ ਕੋਈ ਸ਼ਿਕਾਇਤਾਂ ਹੈਗੀਆਂ ਨੇ ਤਾਂ ਮੈਂ ਜਾਂਚ ਵਿੱਚ ਸਹਿਯੋਗ ਕਰੂੰਗਾ। ਉਹ ਕੱਲ ਹੀ ਪਟੀਸ਼ਨ ਜਿਹੜੀ ਹੈਗੀ ਵਾਪਸ ਲਈ ਸੀ ਸਵੇਰੇ ਉਹਨਾਂ ਨੇ। ਉਹ ਤੇ ਨਾਲ ਹੀ ਉਹ ਬਿਆਨ ਤੇ ਬਿਆਨ ਦਿੰਦੇ ਜਾ ਰਹੇ ਸੀ ਜਾਂ ਧਰਨਾ ਲਾ ਕੇ ਬੈਠੇ ਸੀ ਕਿ ਗ੍ਰਿਫਤਾਰ ਕਰਨਾ ਤਾਂ ਆ ਜਾਓ, ਗ੍ਰਿਫਤਾਰ ਕਰਕੇ ਦਿਖਾਓ ਏਦਾਂ। ਤੇ ਚਲੋ ਗ੍ਰਿਫਤਾਰੀ ਹੋ ਗਈ ਆ ਤੇ ਉਸ ਤੋਂ ਬਾਅਦ ਫਿਰ ਤੜਫੇ ਫਿਰਦੇ ਆ ਸਾਰੇ ਹੀ। ਗੱਲ ਇੰਨੀ ਸਿੱਧੀ ਵੀ ਨਹੀਂ ਜਿੰਨੀ ਇਹ ਸਮਝਦੇ ਆ, ਜਾਂ ਗੱਲ ਇੰਨੀ ਆਪਾਂ ਕਹਿ ਲਓ ਟੇਢੀ ਵੀ ਨਹੀਂ ਜੇ ਲੋਕਾਂ ਦੇ ਸਾਹਮਣੇ ਰੱਖੀ ਜਾਵੇ ਕਿ ਜੇ ਘਪਲਾ ਕੀਤਾ ਹੈ ਜਾਂ ਜੇ ਘਪਲਾ ਹੋਇਆ ਤਾਂ ਜਾਂਚ ਦੇ ਲਈ ਤਾਂ ਗ੍ਰਿਫਤਾਰੀਆਂ ਤਾਂ ਹੁੰਦੀਆਂ ਹੀ ਨੇ। ਤੇ ਜਿਹੜਾ ਮੰਤਰੀ ਅਗਵਾਈ ਕਰਦਾ ਹੈ ਜਾਂ ਜਥੇਬੰਦੀ ਦਾ ਕੋਈ ਆਗੂ ਹੁੰਦਾ ਹੈ, ਕੋਈ ਵੀ ਹੈ, ਚਾਹੇ ਪੁਰਾਣੇ ਸਮੇਂ ਤੋਂ ਲੈ ਲਓ, ਜਥੇਦਾਰ ਹੁੰਦੇ ਸੀਗੇ, ਲੜਨ ਵਾਲੀਆਂ ਸੈਨਾਵਾਂ ਵਿੱਚ ਸੈਨਾਪਤੀ ਹੁੰਦੇ ਸੀਗੇ, ਜਾਂ ਕੋਈ ਵੀ ਜਿਹਦੇ ਕੋਲ ਕਮਾਂਡ ਹੁੰਦੀ ਆ ਪੂਰੀ ਅੱਗੇ ਟੀਮ ਦੀ, ਉਹਦੇ ਤੇ ਜੇ ਕੋਈ ਉਹਨੂੰ ਪੁੱਛਗਿੱਛ ਕਰਨੀ ਹੈ ਜਾਂ ਕੋਈ ਖਰਾਬੀ ਹੋਈ ਹੈ, ਗਲਤੀ ਹੋਈ ਹੈ, ਟੈਕਨੀਕਲ ਕੋਈ ਗਲਤੀ ਹੋ ਗਈ, ਜਾਂ ਕੋਈ ਘਪਲਾ ਹੋ ਗਿਆ, ਜਾਂ ਕੋਈ ਆਪਾਂ ਕਹਿ ਲਓ ਕਿ ਰਿਸ਼ਵਤਖੋਰੀ ਦਾ ਮਾਮਲਾ ਹੈ, ਤਾਂ ਉਹਦੇ ਤੋਂ ਜਾਂਚ ਤਾਂ ਕਰਨੀ ਓ ਪੈਂਦੀ ਹੈ ਨਾ। ਉਹਨੂੰ ਬੁਲਾਇਆ ਵੀ ਜਾਣਾ ਚਾਹੀਦਾ, ਗ੍ਰਿਫਤਾਰੀ ਵੀ ਹੁੰਦੀ ਹੈ, ਜਾਂ ਕਹਿ ਲਓ ਕਿ ਜੇ ਭੀੜਾਂ ਤਾਂ ਪੈਂਦੀਆਂ ਹੀ ਹੁੰਦੀਆਂ ਨੇ, ਫਿਰ ਡਰਨ ਦੀ ਕੀ ਲੋੜ ਆ। ਤੇ ਚਲੋ ਆਪਾਂ ਕਹਿ ਲਓ ਕਿ ਸੈਲੂਨ ਤੋਂ ਚੱਕਿਆ ਗਿਆ, ਜਿਵੇਂ ਤੁਹਾਨੂੰ ਦੱਸਿਆ ਹੀ ਆ, ਲੁਧਿਆਣੇ ਦੇ ਵਿੱਚ ਉਹ ਕਟਿੰਗ ਕਰਵਾ ਰਹੇ ਸੀਗੇ ਆਪਣੀ। ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦੀ ਟੀਮ ਨੇ ਚੱਕਿਆ। ਸਾਰਾ ਕੁਝ ਮੀਡੀਆ ਦਿਖਾ ਹੀ ਰਿਹਾ, ਲਾਈਵ ਵੀ ਹੋਏ ਆ ਸਾਰੇ। ਰਵਨੀਤ ਬਿੱਟੂ ਨੇ ਬਕਾਇਦਾ ਤੌਰ ਤੇ ਉੱਥੇ ਪਹੁੰਚ ਕੇ ਗ੍ਰਿਫਤਾਰੀ ਦਾ ਵਿਰੋਧ ਕੀਤਾ। ਉਹਨਾਂ ਤੋਂ ID ਕਾਰਡ ਮੰਗੇ, ਉਹਨਾਂ ਤੋਂ ਲਿਖਤੀ ਰੂਪ ਚ ਮੰਗਿਆ ਕਿ ਦੱਸੋ ਕੌਣ ਹੈ ਤੁਸੀਂ, ਕਿਵੇਂ ਗ੍ਰਿਫਤਾਰ ਕਰ ਰਹੇ ਹੋ, ਕੀ ਵਾਰੰਟ ਨੇ, ਕੀ ਹੈ ਸਾਰਾ ਕੁਝ। ਇਹ ਇੱਥੋਂ ਤੱਕ ਕਿ ਵਿਜੀਲੈਂਸ ਨੂੰ ਚੋਰ ਵੀ ਕਹਿਤਾ ਰਵਨੀਤ ਬਿੱਟੂ ਹੋਰਾਂ ਨੇ। ਤੋ ਗ੍ਰਿਫਤਾਰੀ ਹੋਈ ਹੈ। ਮਾਮਲਾ ਵੀ ਦੱਸ ਦਈਏ ਆਪਣੇ ਦਰਸ਼ਕਾਂ ਨੂੰ, ਬਹੁਤਿਆਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ। ਜਿਹੜਾ ਮਾਮਲਾ ਹੈਗਾ ਉਹ 2019-20 ਦਾ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਆਹ ਦਾਣਾ ਮੰਡੀਆਂ ਦੇ ਵਿੱਚ ਫਸਲਾਂ ਦੀ ਲੋਡਿੰਗ ਅਪਲੋਡਿੰਗ ਸੀਗੀ ਜਿਹੜੀ, ਉਹਦੇ ਵਿੱਚ ਟਰਾਂਸਪੋਰਟੇਸ਼ਨ ਹੈ ਜਿਹੜੀ, ਜਿੱਦਾਂ ਢੋਆ ਢੁਆਈ ਲਈ ਵਾਹਨ ਵਰਤੇ ਜਾਂਦੇ ਆ, ਉਹਨਾਂ ਦੇ ਟੈਂਡਰਾਂ ਦੇ ਵਿੱਚ ਘਪਲਾ ਹੈ। 2000 ਕਰੋੜ ਰੁਪਏ ਦਾ ਜਿਹੜਾ ਕਥਿਤ ਤੌਰ ਤੇ ਇਹ ਘਪਲਾ ਦੱਸਿਆ ਜਾ ਰਿਹਾ। ਤੇ ਘਪਲਾ ਵੀ ਆਇਆ ਕਿ ਜਿਹੜੇ ਵਾਹਨ ਸੀਗੇ ਉਹ ਵੱਡੇ ਠੇਕੇਦਾਰਾਂ ਦੇ, ਉਹਨਾਂ ਨੂੰ ਟੈਂਡਰ ਦਿੱਤੇ ਗਏ। ਉਹਨਾਂ ਦੇ ਵਿੱਚ ਇੱਕ ਕੰਪਨੀ ਗੁਰਦਾਸ ਰਾਮ ਐਂਡ ਕੰਪਨੀ ਦਾ ਨਾਮ ਆ ਰਿਹਾ, ਤੇਲੂ ਰਾਮ, ਅਮੀਨੂ ਮਲਹੋਤਰਾ। ਇਹਨਾਂ ਦੇ ਅੱਗੇ ਤੋਂ ਅੱਗੇ ਜਦੋਂ ਇਹਨਾਂ ਤੋਂ ਪੁੱਛਗਿੱਛ ਹੋਈ, ਅੱਗੇ ਤੋਂ ਅੱਗੇ ਖੁਲਾਸੇ ਹੋਏ ਨੇ। ਵਿਜੀਲੈਂਸ ਕੋਲ ਇਦਾਂ ਦੀਆਂ ਜਿਹੜੀਆਂ ਰਿਪੋਰਟਾਂ ਪਹੁੰਚੀਆਂ ਨੇ ਤੇ ਵਿਜੀਲੈਂਸ ਨੂੰ ਕਾਰਵਾਈ ਦਾ ਹੁਕਮ ਹੋ ਗਿਆ। ਵਿਜੀਲੈਂਸ ਨੇ ਕਾਰਵਾਈ ਕਰਤੀ ਹੈ। ਹੁਣ 2000 ਕਰੋੜ ਰੁਪਏ ਦਾ ਘਪਲਾ ਆਇਆ। ਉਹਦੇ ਵਿੱਚ ਇਹ ਕਿਹਾ ਜਾ ਰਿਹਾ ਨਾਲ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਵਾਹਨਾਂ ਨੂੰ ਢੋਆ ਢੁਆਈ ਲਈ ਟੈਂਡਰ ਤੋਂ ਬਾਅਦ ਜਿਹੜੇ ਵਰਤੇ ਗਏ ਨੰਬਰ ਵਾਹਨਾਂ ਦੇ, ਉਹ ਸਕੂਟਰ ਮੋਟਰਸਾਈਕਲਾਂ ਦੇ ਨੰਬਰ ਨਿਕਲੇ ਆ, ਜਿਨ੍ਹਾਂ ਦੇ ਉੱਤੇ ਫਸਲਾਂ ਦੀ ਢੋਆ ਢੁਆਈ ਦਾ
ਇਹਨਾਂ ਨੇ ਖਰਚਾ ਪਾਇਆ, ਉਹ ਨੰਬਰ ਦੇਤੇ ਨਾ ਵੀ ਆਹ ਗੱਡੀ ਦਾ ਫਲਾਣਾ ਨੰਬਰ ਹੈ। ਉਹ ਨੰਬਰ ਜਿਹੜੇ ਆ, ਕੁਝ ਨੰਬਰ ਇਦਾਂ ਦੇ ਨੇ, ਕਈ ਸਕੂਟਰਾਂ ਦੇ ਨੇ, ਕੁਝ ਮੋਟਰਸਾਈਕਲਾਂ ਦੇ ਨੰਬਰ ਨੇ। ਇਹਦੇ ਬਾਰੇ ਰਵਨੀਤ ਬਿੱਟੂ ਨੂੰ ਪੱਤਰਕਾਰ ਨੇ ਕਹਿੰਦੇ ਪੁੱਛਿਆ ਵੀ ਸੀ ਕਿ ਇਹ ਚੀਜ਼ ਕੀ ਹੈ, ਨੰਬਰਾਂ ਦੀ ਗੱਲ ਕਰੋ ਤੁਸੀਂ ਵੀ, ਨੰਬਰ ਸਕੂਟਰ ਮੋਟਰਸਾਈਕਲਾਂ ਦੇ ਕਿਵੇਂ ਆ ਗਏ? ਤਾਂ ਉਹ ਕਹਿੰਦੇ ਉਹ ਗੱਲ ਬਾਅਦ ਚ ਕਰਾਂਗੇ। ਰਵਨੀਤ ਬਿੱਟੂ ਦਾ ਉੱਤਰ ਸੀ ਵੀ ਉਹ ਗੱਲ ਬਾਅਦ ਚ ਕਰਾਂਗੇ। ਚਲੋ ਬਿੱਟੂ ਉਹਨਾਂ ਦੀ ਗੱਲ ਬਾਅਦ ਚ ਕਰਦੇ ਆਪਾਂ ਵੀ, ਪਰ ਉਹ ਚਲੋ ਨੰਬਰਾਂ ਦਾ ਆ ਗਿਆ। ਉੱਥੇ ਘਪਲਾਬਾਜੀ ਹੋਈ ਹੈ, ਜਿਹੜੇ ਗੁਰਦਾਸ ਰਾਮ ਐਂਡ ਕੰਪਨੀ ਕਿਹਾ ਜਾ ਰਿਹਾ, ਉਹ ਵੀ ਕਹਿੰਦੇ ਕਿ ਇਹ ਉਹਨਾਂ ਦੇ ਮਾਲਕ ਨੇ ਜਿਹੜੇ, ਉਹਨਾਂ ਦੇ ਕਾਂਗਰਸੀਆਂ ਨਾਲ ਕਥਿਤ ਤੌਰ ਤੇ ਬਹੁਤ ਨਜ਼ਦੀਕੀ ਸੰਬੰਧ ਨੇ। ਇੱਕ ਕੋਈ ਸਿੰਗਲਾ ਨਾਂ ਦਾ ਬੰਦਾ ਹੈਗਾ, ਉਹ ਕਹਿੰਦੇ ਆਸ਼ੂਤੋਸ਼ ਲਈ, ਇਹ ਵੀ ਸੁਣਨ ਚ ਆ ਰਹੀ ਹੈ, ਜਾਣਕਾਰੀ ਬਾਹਰ ਆ ਰਹੀ ਹੈ ਕਿ ਜਿਹੜਾ ਸਿੰਗਲਾ ਸੀਗਾ ਉਹ ਆਸ਼ੂ ਲਈ ਏਦਾਂ ਕੰਮ ਕਰਦਾ ਸੀ, ਡੀਲ ਫਾਈਨਲ ਕਰਦਾ ਸੀਗਾ ਜਿਹੜਾ ਬੰਦਾ, ਉਹ ਹੈ ਇਹ। ਉਹ ਇਹਨਾਂ ਬੰਦਿਆਂ ਦੇ ਉੱਤੇ ਜਿਹੜਾ ਇਹ ਘਪਲੇ ਦਾ ਦੋਸ਼ ਲੱਗ ਰਿਹਾ ਹੈ ਕਥਿਤ ਤੌਰ ਤੇ, ਵਿਜੀਲੈਂਸ ਜਾਂਚ ਕਰ ਰਹੀ ਹੈ। ਸਾਹਮਣੇ ਆਉਣਾ, ਜਾਂਚ ਦੇ ਵਿੱਚ ਬਹੁਤ ਕੁਝ ਹੋਣਾ ਹੈ। ਮੈਂ ਇੱਥੇ ਗੱਲ ਕਲੀਅਰ ਕਰਦਾ ਕਿ ਏਦਾਂ ਹੀ ਨਹੀਂ ਕੋਈ ਅਧਿਕਾਰੀ ਆਫੀਸਰ ਹੈ ਜਿਹੜੇ ਉਹ ਘਪਲਿਆਂ ਦੇ ਵਿੱਚ ਉਹਨਾਂ ਦੇ ਨਾਮ ਆਉਂਦੇ, ਉਹਨਾਂ ਦੇ ਪਿੱਛੇ ਰਾਜਨੀਤਿਕ ਸ਼ਹਿਆਂ ਹੁੰਦੀਆਂ ਨੇ। ਇਹ ਪਟਿਆਲੇ ਦੇ ਵਿੱਚ ਹੁਣ ਤੁਸੀਂ ਦੇਖਿਆ ਹੀ, ਇੱਕ ਕਣਕ ਦਾ ਕਰੋੜਾਂ ਰੁਪਏ ਦਾ ਘਪਲਾ ਹੋਇਆ, ਉਹ ਬੰਦਾ ਫਰਾਰ ਹੈ, ਕਹਿੰਦੇ ਵਿਦੇਸ਼ ਭੱਜ ਗਿਆ ਜੀ। ਉਹ ਆਹ ਚੀਜ਼ਾਂ ਜਿਹੜੀਆਂ ਹੈਗੇ ਨੇ ਮੰਤਰੀਆਂ ਦੀ, ਜੇ ਉਹਨਾਂ ਕੋਲ ਡਿਪਾਰਟਮੈਂਟ ਦਿੱਤੇ ਜਾਂਦੇ ਆ, ਫੂਡ ਸਪਲਾਈ ਮੰਤਰੀ ਸੀਗੇ ਆਸ਼ੂ, ਜੇ ਡਿਪਾਰਟਮੈਂਟ ਦੇ ਉੱਪਰ ਕੋਈ ਨਿਯੁਕਤ ਕੀਤਾ ਜਾਂਦਾ ਹੈ, ਕੈਬਨਿਟ ਦਾ ਤੁਹਾਡਾ ਰੈਂਕ ਹੈ, ਤੁਹਾਡੀ ਡਿਊਟੀ ਕੀ ਬਣਦੀ ਹੈ? ਜੇ ਕੋਈ ਅਧਿਕਾਰੀ ਆਫੀਸਰ ਥੱਲੇ ਦੇ ਲੈਵਲ ਤੇ ਜੇ ਕੋਈ ਗੱਲ ਹੁੰਦੀ ਹੈ ਤਾਂ ਉਹ ਤੁਸੀਂ ਉਹ ਘਪਲਾ ਉਜਾਗਰ ਕਿਉਂ ਨਹੀਂ ਹੁੰਦਾ ਹੈ? ਉਹ ਤੁਸੀਂ ਫੜਦੇ ਕਿਉਂ ਨਹੀਂ ਹੈਗੇ? ਤੁਸੀਂ ਜਾਂਚ ਕਿਉਂ ਨਹੀਂ ਕਰਦੇ? ਤੁਸੀਂ ਦੌਰੇ ਕਿਉਂ ਨਹੀਂ ਕਰਦੇ? ਏਸੀਆਂ 'ਚ ਬੈਠੇ ਆ, ਗੱਡੀਆਂ ਦੇ ਤੁਸੀਂ ਤੇਲ ਪਵਾਉਂਦੇ ਹੋ, ਆਪਣੇ ਨਿੱਜੀ ਰਿਸ਼ਤੇਦਾਰਾਂ ਨੂੰ ਮਿਲਣ, ਨਿੱਜੀ ਕੰਮਾਂ ਦੇ ਵਿੱਚ ਉਲਝੇ ਹੋਏ, ਤੇ ਜੇ ਤੁਹਾਨੂੰ ਦਿੱਲੀ ਬੁਲਾ ਲਿਆ ਤਾਂ ਦਿੱਲੀ ਭੱਜ ਜਾਂਦੇ ਹੋ, ਗੱਡੀਆਂ ਸਰਕਾਰੀ ਤੇਲ ਫੂਕਦੇ ਖਜ਼ਾਨੇ ਦਾ। ਤੇ ਜੇ ਤੁਹਾਨੂੰ ਕਹਿ ਦੋ ਵੀ ਆਹ ਤੁਸੀਂ ਜ਼ਿੰਮੇਵਾਰੀ ਨਿਭਾਓ ਆਪਣੀ, ਇੱਥੇ ਤੁਸੀਂ ਥੋੜੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਇਹ ਤੁਹਾਨੂੰ ਪਤਾ ਹੀ ਨਹੀਂ ਹੁੰਦਾ, ਪੱਲਾ ਝਾੜ ਲੈਂਦੇ ਹੋ। ਇਹ ਕਿਵੇਂ ਹੋ ਸਕਦਾ? ਜਿੱਥੋਂ ਪੈਸਾ ਆਉਂਦਾ ਹੋਵੇ, ਜਿੱਥੇ ਪੈਸੇ ਦੀ, ਮੈਂ ਕਹਿੰਦਾ ਚਲੋ ਮੰਤਰੀਆਂ ਕੋਲ ਨਹੀਂ ਜਾਂਦਾ, ਤੁਸੀਂ ਸਾਫ਼ ਸੁਥਰੇ ਮੰਨ ਲਿਆ, ਤੁਹਾਨੂੰ ਪਤਾ ਤਾਂ ਹੈਗਾ ਕਿ ਪੈਸੇ ਵਾਲਾ ਕੰਮ ਇੱਥੇ ਘਪਲਾ ਹੋ ਸਕਦਾ, ਕਿ ਇਹ ਵੀ ਨਹੀਂ ਪਤਾ ਹੁੰਦਾ? ਜੇ ਪਤਾ ਹੁੰਦਾ, ਇੰਨੀ ਕੁ ਜਾਣਕਾਰੀ ਹੈਗੀ ਹੈ ਡਿਪਾਰਟਮੈਂਟ ਦੀ, ਫਿਰ ਤੁਸੀਂ ਉਹਦੇ ਤੇ ਨਿਗਾਹ ਕਿਉਂ ਨਹੀਂ ਰੱਖਦੇ? ਫਿਰ ਬਾਅਦ ਦੇ ਵਿੱਚ ਤੁਸੀਂ ਛਾਲਾਂ ਮਾਰਦੇ ਹੋ, ਜਦੋਂ ਆਪਣੇ ਤੇ ਆਉਂਦੀ ਹੈ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਇਹ ਤਾਂ ਸਾਜ਼ਿਸ਼ ਹੈ ਜੀ, ਇਹਨੂੰ ਵਰਤਿਆ ਜਾ ਰਿਹਾ ਜੀ, ਦਬਾਅ ਹੇਠ ਹੈ ਜੀ। ਜੇ ਪਿਛਲੀਆਂ ਗੱਲਾਂ ਕਰੀਏ ਕਾਂਗਰਸ ਵੇਲੇ ਦੀਆਂ, ਜਦੋਂ ਪਹਿਲਾਂ ਸਰਕਾਰ ਆਈ ਸੀ ਕੈਪਟਨ ਅਮਰਿੰਦਰ ਸਿੰਘ ਦੀ, ਜਦੋਂ ਕਾਲੀਆਂ ਤੇ ਕਾਰਵਾਈਆਂ ਹੋਈਆਂ ਨੇ, ਉਦੋਂ ਨਹੀਂ ਸੀ ਵਿਜੀਲੈਂਸ ਦਾ ਉਪਯੋਗ ਹੋਇਆ? ਉਦੋਂ ਵਰਤੋਂ ਸੀਗੀ। ਐ ਤਾਂ ਦੋਸ਼ ਤਾਂ ਲੱਗਦੇ ਹੀ ਹੁੰਦੇ ਨੇ, ਉਦੋਂ ਕਾਲੀਆਂ ਨੇ ਲਾਏ ਸੀਗੇ। ਇਹ ਤਾਂ ਨਜਾਇਜ਼ ਵਰਤੋਂ ਹੋ ਰਹੀ ਹੈ ਜੀ, ਇਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਾਂਚ ਏਜੰਸੀਆਂ ਦੀ। ਐ ਤਾਂ ਹੁੰਦਾ ਹੈ, ਕਰਦੇ ਹੋ, ਪਰ ਗੱਲ ਤਾਂ ਸਿਰਫ ਇੰਨੀ ਹੈ, ਹੁੰਦੀ ਵੀ ਹੈਗੀ, ਆਪਾਂ ਇਹ ਨਹੀਂ ਕਹਿੰਦੇ ਕਿ ਨਹੀਂ ਹੁੰਦੀ। ਸੱਤਾ ਦੇ ਵਿੱਚ ਸਾਰਾ ਕੁਝ ਹੀ ਹੈ, ਕੇਂਦਰ ਕਰ ਨਹੀਂ ਰਿਹਾ, ਲੇਕਿਨ ਗੱਲ ਇੰਨੀ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਜੇ ਨਿਭਾਈ ਹੁੰਦੀ ਹੈ, ਅਗਲਾ ਕਾਗਜ਼ ਕੱਢ ਕੇ ਗੁਰਜਿੰਦਰ ਜੀ ਪ੍ਰੈਸ ਦੇ ਮੂਹਰੇ ਐ ਰੱਖ ਦਿੰਦਾ ਹੈ ਕਿ ਆਹ ਦੇਖੋ ਸਾਫ਼ ਹੈ, ਟਰਾਂਸਪੇਰੈਂਟ ਕੰਮ ਹੋਇਆ ਪਿਆ, 1 ਰੁਪਏ ਦਾ ਘਪਲਾ ਕੱਢ ਕੇ ਦਿਖਾਓ, ਪਹਿਲਾਂ ਹੀ ਖੜ ਜਾਂਦਾ ਆ ਕੇ ਅਗਲਾ। ਹੁਣ ਰਵਨੀਤ ਬਿੱਟੂ ਜੀ ਕੀ ਕਰ ਰਹੇ, ਪੋਚੇ ਪਾਉਣ ਨੂੰ ਕਹਿੰਦੇ ਕਿ 70,000 ਕਰੋੜ ਰੁਪਏ ਦੀ ਉਦੋਂ ਖਰੀਦ ਕੀਤੀ ਹੈ ਮਹਿਕਮੇ ਨੇ 1 ਸਾਲ ਦੇ ਵਿੱਚ। ਜੇ ਜਦੋਂ ਪਤਾ ਹੈ ਕਿ ਆਹ ਚੀਜ਼ ਹੋ ਰਹੀ ਹੈ, ਪੈਸਾ ਵੀ ਆਉਂਦਾ ਹੈ ਉੱਥੇ, ਤਾਂ ਤੁਹਾਨੂੰ ਪਤਾ ਤਾਂ ਹੈਗਾ ਕਿ ਆਪ ਇਹ ਸਮਝ ਲਓ ਕਿ ਲੋਕ ਇਮਾਨਦਾਰ ਨਹੀਂ ਹੈਗੇ, ਆਫੀਸਰ ਇਮਾਨਦਾਰ ਨਹੀਂ ਹੈਗੇ, ਤੇ ਉਹਨਾਂ ਦੀ ਕਾਰਵਾਈ ਤਾਂ ਕਰਨੀ ਚਾਹੀਦੀ ਹੈ, ਉਹਨਾਂ ਤੇ ਨਿਗਾਹ ਰੱਖਣੀ ਚਾਹੀਦੀ ਹੈ। ਜੇ ਹੁਣ ਤੁਹਾਡੇ ਤੇ ਆ ਗਈ, ਫਿਰ ਤੁਸੀਂ ਰੌਲਾ ਨਾ ਪਾਓ। ਜੇ ਪਾਕ ਸਾਫ਼ ਹੋ, ਫਿਰ ਵੀ ਖਤਰਾ ਤਾਂ ਕੋਈ ਹੈ ਹੀ ਨਹੀਂ। ਕਾਨੂੰਨ ਤੇ ਤੁਸੀਂ ਕਹਿੰਦੇ ਹੋ ਵਿਸ਼ਵਾਸ ਆ, ਮਾਣਯੋਗ ਅਦਾਲਤਾਂ ਤੇ ਵਿਸ਼ਵਾਸ ਹੈ, ਫਿਰ ਡਰ ਕਾਹਦਾ ਹੈ? ਇਹ ਗੱਲਾਂ ਸ਼ੋਭ ਦੀਆਂ ਨਹੀਂ ਹੈਗੀਆਂ, ਤੇ ਇਹਨਾਂ ਦੇ ਪਿੱਛੇ ਰਾਜਨੀਤਿਕ ਸ਼ਹਿਆਂ ਅਕਸਰ ਹੁੰਦੀਆਂ ਨੇ। ਘਪਲੇ ਏਦਾਂ ਨਹੀਂ ਹੁੰਦੇ ਹੈਗੇ, ਇਹ ਪਤਾ ਹੁੰਦਾ। ਹੁਣ ਧਰਮਸੋਤ ਨੂੰ ਤੁਸੀਂ ਕੀ ਕਹੋਗੇ? ਪਾਕ ਸਾਫ਼ ਕਹਿ ਦੋਗੇ? ਬੰਦੇ ਸਾਰੇ ਬੋਲ ਰਹੇ ਨੇ, ਸਬੂਤ ਨੇ ਜੀ। ਬਾਕੀ ਗੱਲਾਂ ਜਿਹੜੀਆਂ ਤੁਸੀਂ ਹੁਣ ਕੁਐਸਚਨ ਕਰੋਗੇ ਉਹ ਨਾਲ ਕਰਦੇ ਰਹਾਂਗੇ, ਪਰ ਇਹ ਗੱਲਾਂ ਇਹਨਾਂ ਦਾ ਫਰਜ਼ ਬਣਦਾ ਸੀ ਕਿ ਜੇ ਟਰਾਂਸਪੇਰੈਂਟ ਕੰਮ ਹੋਇਆ ਤਾਂ ਸਭ ਤੋਂ ਪਹਿਲਾਂ ਠੀਕ ਹੈ, ਜੇ ਗ੍ਰਿਫਤਾਰੀ ਹੋਗੀ ਬਾਹਰ ਵੀ ਆ ਜਾਣਗੇ, ਜੇ
ਉਹ ਬੇਦੋਸ਼ ਨੇ। ਜੇ ਰਵਨੀਤ ਸਿੰਘ ਬਿੱਟੂ ਹੁਣਾਂ ਕੋਲ ਸਬੂਤ ਨੇ, ਸ਼ਰੇਆਮ ਪੇਸ਼ ਕਰੋ, ਸਰਕਾਰ ਨੂੰ ਨੰਗਿਆ ਕਰੋ, ਜੀ ਸਰਕਾਰ ਨੂੰ ਕਹੋ ਕਿ ਆਹ ਦੇਖੋ ਆ ਤੁਹਾਡੀਆਂ ਕਰਤੂਤਾਂ ਨੇ। ਹੁਣ ਮਨੀਸ਼ ਸਿਸੋਦੀਆ ਦੇ ਉੱਤੇ ਕਾਰਵਾਈ ਹੋ ਰਹੀ ਆ, ਉਹਦਾ ਪਤਾ ਹੈ, ਹੁਣ ਉਹ ਵੀ ਕਹਿ ਰਿਹਾ ਕਿ ਗਲਤ ਹੋ ਰਹੀ ਆ, ਗਲਤ ਹੁੰਦੀ ਹੋਊਗੀ, ਆਪਾਂ ਮੰਨਦੇ ਆ ਇਹ ਗੱਲ ਨੂੰ ਕਿ ਮੈਂ ਕਹਿੰਦਾ 90% ਮੰਨ ਲਓ ਕਿ ਗਲਤ ਹੁੰਦੀ ਹੋਊਗੀ, ਪਰ ਹੁਣ ਉਹ ਨਾਲ ਇਹ ਵੀ ਕਹਿ ਰਿਹਾ ਕਿ ਮੈਂ ਪਾਕ ਸਾਫ਼ ਹੈ, ਜਿੱਥੇ ਮਰਜ਼ੀ ਜ਼ੋਰ ਲਾ ਲਓ, ਮੈਂ ਬਰੀ ਹੋ ਕੇ ਆਊਂ। ਠੀਕ ਹੈ, ਇਹਨਾਂ ਦੇ ਵਿੱਚ ਇਹ ਨਹੀਂ ਗੱਲ ਹੋਈ। ਇਹ ਕਹਿੰਦੇ ਜੀ ਧੱਕਾ, ਬਸ ਧੱਕਾ ਹੀ ਹੈ, ਇਹ ਧੱਕਾ ਹੀ ਕਰੀ ਹੈ, ਇਹ ਕਹਿੰਦੇ ਧੱਕਾ ਹੀ ਹੋ ਰਿਹਾ। ਜਦੋਂ ਕੁਐਸਚਨ ਕਰਦੇ ਆ ਕਿ ਮੋਟਰਸਾਈਕਲ ਸਕੂਟਰਾਂ ਦੇ ਨੰਬਰ ਕਿਵੇਂ ਆ ਗਏ, ਉਹਦੇ ਬਾਰੇ ਪਤਾ ਕੋਈ ਨਹੀਂ ਜੀ। ਜੀ ਨਹੀਂ, ਉਹ ਰਵਨੀਤ ਬਿੱਟੂ ਤੇ ਵੀ ਉਹ ਵਿਜੀਲੈਂਸ ਦੇ ਕੰਮ ਦੇ ਵਿੱਚ ਵਿਘਨ ਪਾਉਣ ਨੂੰ ਲੈ ਕੇ ਲੁਧਿਆਣਾ ਥਾਣੇ ਦੇ ਵਿੱਚ ਕੇਸ ਦਰਜ ਹੋ ਚੁੱਕਿਆ। ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਆ ਟੀਮ ਨੇ ਕਿ ਸਾਡੇ ਇਹਨਾਂ ਨੇ ਜਿਹੜੇ ਸ਼ਬਦ ਵਰਤੇ ਆ ਉਹ ਬੇਇੱਜ਼ਤੀ ਵਾਲੇ ਸ਼ਬਦ ਨੇ, ਉਹ ਡਿਊਟੀ ਕਰਦੇ ਆਫੀਸਰ ਨੇ ਤਾਂ ਡਿਊਟੀ ਕਰਨੀ ਆ। ਜਿਹੜੇ ਕਾਰਵਾਈ ਕਰਨ ਆਏ ਨੇ ਆਫੀਸਰ, ਉਹਨਾਂ ਨੂੰ ਕਾਰਵਾਈ ਕਰਨ ਦਿਓ। ਕਾਨੂੰਨ ਤੇ ਭਰੋਸਾ ਹੈ ਨਹੀਂ, ਜਿਆਦਾ ਕੋਈ ਕਾਨੂੰਨ ਤੇ ਭਰੋਸਾ ਹੈ ਨਹੀਂ। ਸ਼ਰੇਆਮ ਕਿਉਂ ਨਹੀਂ ਕਹਿੰਦੇ ਫਿਰ ਵੀ ਕੌਣ ਕੌਣ ਵਿਕਿਆ ਹੋਇਆ, ਕਿਹਦੇ ਤੇ ਤੁਹਾਨੂੰ ਭਰੋਸਾ ਨਹੀਂ ਹੈਗਾ? ਕਾਨੂੰਨ ਕਾਰਵਾਈ ਤਾਂ ਦੇਖੋ ਕਾਨੂੰਨੀ ਹੋ ਰਹੀ ਹੈ ਨਾ, ਉਹ ਕਾਰਵਾਈ ਕਰਨ ਦਿਓ ਉਹਨਾਂ ਨੂੰ। ਉਹਨਾਂ ਨੂੰ ਤੁਸੀਂ ਚੋਰ ਕਹਿੰਦੇ ਹੋ, ਸ਼ਰੇਆਮ ਚੋਰ ਕਹਿ ਰਹੇ ਹੋ, ਤੇ ਜਿਹੜੇ ਚੋਰ ਹੈਗੇ ਨੇ ਉਹਨਾਂ ਦੇ ਨਾਂ ਕਿਉਂ ਨਹੀਂ ਲੈਂਦੇ ਹੈਗੇ? ਤੇ ਜੇ ਮੈਂ ਰਵਨੀਤ ਬਿੱਟੂ ਹੋਰਾਂ ਦੀ ਉਹ ਸੁਣ ਰਿਹਾ ਸੀਗਾ ਗੱਲਬਾਤ ਟੀਵੀ ਦੇ ਉੱਤੇ, ਉਹਨਾਂ ਨੂੰ ਜਦੋਂ ਇਸ ਘਪਲੇ ਬਾਰੇ ਪੁੱਛਿਆ ਗਿਆ, ਉਹ ਪਰਦਾ ਪਾ ਰਹੇ ਨੇ ਕਿ 75,000 ਕਰੋੜ ਦੇ ਫਸਲਾਂ ਖਰੀਦੀਆਂ ਗਈਆਂ 1 ਸਾਲ ਦੇ ਵਿੱਚ। ਤੇ ਦੂਜੀ ਗੱਲ ਉਹ ਕਰਦੇ ਸੀਗੇ ਕਿ ਇਹ ਤਾਂ ਹੋ ਰਿਹਾ, ਕਹਿੰਦੇ ਆਮ ਆਦਮੀ ਪਾਰਟੀ ਨੇ ਜਿਹਨੇ ਕਿਹਾ ਸੀ ਕਿ 24 ਘੰਟੇ ਦੇ ਵਿੱਚ ਬਰਗਾੜੀ ਦੇ ਦੋਸ਼ੀਆਂ ਨੂੰ ਅੰਦਰ ਕਰ ਦਾਂਗੇ, ਉਹਦੇ ਪਰਦਾ ਪਾਉਣ ਨੂੰ ਕਹਿੰਦੇ 5 ਸਾਲ ਤੁਸੀਂ ਰਾਜ ਕੀਤਾ, ਬਰਗਾੜੀ ਦਾ ਨਾਂ ਤੱਕ ਨਹੀਂ ਲਿਆ ਤੁਸੀਂ, ਤੇ ਵੋਟਾਂ ਵੇਲੇ ਹਰੇਕ ਸਟੇਜ ਤੇ ਬੋਲਦੀ ਸੀ ਕਾਂਗਰਸ। ਅੱਜ ਫੇਰ ਬਰਗਾੜੀ ਯਾਦ ਆ ਗਈ। 24 ਘੰਟੇ ਇਹ ਕਹਿੰਦੇ 4 ਮਹੀਨੇ ਦੇ ਹੋ ਗਏ, ਕਹਿੰਦੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਤੇ ਜਦੋਂ 5 ਸਾਲ ਤੁਸੀਂ ਰਾਜ ਕਰਿਆ, ਉਦੋਂ ਕਿਉਂ ਨਹੀਂ ਬੋਲੇ ਤੁਸੀਂ ਬਈ? 4.5 ਸਾਲ ਲੰਘਣ ਤੋਂ ਬਾਅਦ ਕੈਪਟਨ ਨੂੰ ਲਾਂਭੇ ਕਰਨ ਵਾਸਤੇ ਤੁਸੀਂ ਫੇਰ ਰੌਲਾ ਪਾ ਲਿਆ, ਬਰਗਾੜੀ ਹੋ ਗਿਆ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੋਲੀ ਕਾਂਡ ਦਾ ਨਹੀਂ ਦਿਆ, ਸਾਨੂੰ ਲੋਕ ਪੁੱਛਣਗੇ, ਸਾਡੇ ਰੋੜੇ ਮਾਰਨਗੇ। ਕੀ ਗੱਲ ਪਹਿਲੇ ਸਾਲਾਂ 'ਚ ਪਤਾ ਨਹੀਂ ਲੱਗਿਆ ਸੀ ਵੀ ਰੋੜੇ ਵੀ ਵੱਜਦੇ ਹੁੰਦੇ ਪਈ ਲੋਕਾਂ ਦੇ? 5 ਸਾਲ ਰਾਜ ਕਰ ਲਿਆ, ਕਹਿੰਦੇ ਜਿਹੜੀ ਚੀਜ਼ ਅਸੀਂ ਵਿਕਰਮ ਮਜੀਠੀਆ ਦੇ ਖਿਲਾਫ ਲਿਖੀ ਸੀ, ਲਾਈਨ ਕਾਂਗਰਸ ਨੇ ਲਿਖੀ ਸੀ, ਕਹਿੰਦੇ ਉਹੀ ਲਾਈਨ ਲਿਖੀ ਹੋਈ ਆ, ਆਮ ਆਦਮੀ ਪਾਰਟੀ ਨੇ ਇੱਕ ਸ਼ਬਦ ਨਹੀਂ ਲਿਖਿਆ ਉੱਥੇ। ਕਹਿੰਦੇ ਇਹ ਜੀ ਇਹਨਾਂ ਨੇ ਲਾਏ ਆ, ਕੋਈ ਕੁਐਸਚਨ ਨਹੀਂ ਕੀਤਾ ਉੱਥੇ, ਢਿੱਲੇ ਛੱਡ ਕੇ ਕਾਰਵਾਈ, ਕਹਿੰਦੇ ਆ ਬਾਹਰ ਆ ਗਿਆ। ਦੱਸੋ ਇਹਦਾ ਕੀ ਸੰਬੰਧ ਹੈ ਇਸ ਚੀਜ਼ ਨਾਲ? ਜੇ 4-5 ਸਾਲ ਤੁਸੀਂ 5 ਸਾਲ 'ਚ ਤੁਸੀਂ ਇੱਕ ਲਾਈਨ ਲਿਖੀ ਬਸ, ਤੇ 5 ਸਾਲ ਇੱਕ ਲਾਈਨ ਨਾਲ ਹੀ ਸਾਰਤਾ ਤੁਸੀਂ। ਤੁਹਾਡੇ ਕੋਲ 111 ਦਿਨ ਤਾਂ ਤੁਹਾਡੇ ਕੋਲ ਵੀ ਸੀਗੇ, ਜਿਹੜੇ ਤੁਹਾਡੇ ਆਪਣੀ ਟੀਮ ਦੇ ਤਿਆਰ ਕਰੇ ਹੋਏ ਸੀ ਬੰਦੇ, ਹਾਈ ਕਮਾਂਡ ਨੇ ਨਵੀਂ ਟੀਮ ਤਿਆਰ ਕਰਤੀ ਸੀ, ਤੁਸੀਂ ਉੱਥੇ ਦੂਜੀ ਲਾਈਨ ਲਿਖ ਦਿੰਦੇ ਕੋਈ ਹੋਰ ਵੱਡੀ। ਯਾਨੀ ਕਿ ਆਪਣੀਆਂ ਨਾਕਾਮੀਆਂ ਲੁਕਾਉਣ ਵਾਸਤੇ ਮੈਂ ਹੈਰਾਨ ਰਹਿ ਗਿਆ ਬਿੱਟੂ ਸਾਹਿਬ ਉਹਨਾਂ ਦੀ ਸਟੇਟਮੈਂਟ ਸੁਣ ਕੇ। ਇਹ ਬੋਲੋ ਤੁਸੀਂ ਘਪਲੇ ਤੇ ਬੋਲੋ, ਨੰਬਰਾਂ ਤੇ ਬੋਲੋ, ਆ ਨੰਬਰ ਸਕੂਟਰ ਮੋਟਰਸਾਈਕਲਾਂ ਦੇ ਕਿੱਥੋਂ ਆ ਗਏ, ਇਹਨਾਂ ਬਾਰੇ ਦੱਸੋ ਨਾ। ਉਹ ਗੱਲ ਕਹਿੰਦੇ ਬਾਅਦ ਚ ਕਰਾਂਗੇ। ਇਹ ਕਹਿੰਦੇ ਬਸ ਸਿਸੋਦੀਆ ਨੰਗਾ ਹੋ ਗਿਆ ਜੀ, ਕਹਿੰਦੇ ਉਹਦੇ ਕਰਕੇ ਇਹਨਾਂ ਨੇ ਸਾਡੇ ਤੇ ਕਾਰਵਾਈ ਕਰਤੀ। ਆਪਾਂ ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਕਿਤੇ ਨਾ ਕਿਤੇ ਕਾਰਵਾਈ ਹੁੰਦੀ ਹੈ, ਪਰ ਹਰ ਇੱਕ ਦੇ ਬੰਦੇ ਤੇ ਏਦਾਂ ਨਹੀਂ ਹੁੰਦਾ। ਜਿੱਥੇ ਕਿਤੇ ਪਤਾ ਲੱਗਦਾ, ਹੁਣ ਕਾਂਗਰਸ ਤਾਂ ਆਪ ਹੀ ਖਤਮ ਹੋਈ ਹੈ ਪੰਜਾਬ ਵਿੱਚ, ਤਾਂ ਉਹ ਤਾਂ ਆਪਣੇ ਆਪ ਚ ਉਲਝੀ ਹੋਈ ਆ। ਉਹਨਾਂ ਸੱਤਾ ਦੇ ਵਿੱਚ ਆਉਣਾ ਤਾਂ ਇੱਕ ਰਿਹਾ, ਉਹਨਾਂ ਦੀ ਆਪਦੀ ਕਾਰਗੁਜ਼ਾਰੀ ਦੇਖ ਲਓ ਕੀ ਰਹੀ ਆ। ਹਾਈ ਕਮਾਂਡ ਉਹ ਉਲਝੀ ਫਿਰਦੀ ਹੈ। ਕਿਸੇ ਪੰਜਾਬ ਛੱਡੋ, ਕਿਸੇ ਹੋਰ ਸਟੇਟ 'ਚ ਦੇਖ ਲਓ ਕਾਂਗਰਸ ਦੀ ਕਾਰਵਾਈ ਕਿੰਨੀ ਕੁ ਕਾਰਗੁਜ਼ਾਰੀ ਅੱਗੇ ਆ ਰਹੀ ਹੈ ਉਹਨਾਂ ਦੀ। ਸੋ ਐਸੇ ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਏਦਾਂ ਦੇ ਬਿਆਨ ਵੈਸੇ ਹੀ ਨਹੀਂ ਦੇਣੇ ਚਾਹੀਦੇ। ਜੇ ਕਾਰਵਾਈ ਹੋ ਰਹੀ ਹੈ ਤਾਂ ਠੀਕ ਹੈ, ਤੁਹਾਡਾ ਵਿਰੋਧ ਬਣਦਾ, ਤਰੀਕੇ ਨਾਲ ਕਰੋ, ਸਬੂਤ ਪੇਸ਼ ਕਰੋ ਲੋਕਾਂ ਦੇ ਸਾਹਮਣੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਹ ਚੀਜ਼ ਆਮ ਆਦਮੀ ਪਾਰਟੀ ਗਲਤ ਕਰ ਰਹੀ ਹੈ ਤੇ ਇਹਦਾ ਖਮਿਆਜ਼ਾ ਭੁਗਤੇਗੀ ਫਿਰ ਉਹ। ਜਿਵੇਂ ਤੁਸੀਂ ਪਿਛਲੀਆਂ ਚੋਣਾਂ 'ਚ ਭੁਗਤਦੇ ਆਏ ਹੋ, ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰਿਆ ਜਾਵੇ। ਇੱਕ ਗੱਲ ਮੈਂ ਇੱਥੇ ਹੋਰ ਕਰ ਦੇਣਾ ਚਾਹੁੰਦਾ ਕਿ ਇਹ ਇਕੱਲਾ ਆਪਾਂ ਕਹਿ ਨਹੀਂ ਸਕਦੇ ਕਿ ਇਕੱਲਾ ਪੰਜਾਬ ਸਰਕਾਰ ਦਾ
ਇਹਦੇ ਵਿੱਚ ਕੋਈ ਰੋਲ ਕੱਲਿਆਂ ਦਾ ਹੋ ਸਕਦਾ ਹੈ। ਜਿਹੜੀ 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 ਗੱਲ ਖਦਸ਼ਾ ਪ੍ਰਗਟ ਹੁੰਦਾ ਕਦੇ ਕਦੇ ਕਿ ਭਾਈ ਜਾਂਚ ਏਜੰਸੀਆਂ ਨੂੰ ਆਪਣੇ ਹੱਥ 'ਚ ਕਰਕੇ ਅਕਸਰ ਪਾਰਟੀਆਂ ਰੌਲਾ ਪਾਉਂਦੀਆਂ ਨੇ। ਆਮ ਆਦਮੀ ਪਾਰਟੀ ਤੇ ਗੱਲ ਹੁੰਦੀ ਹੈ ਤਾਂ ਉਹ ਕਹਿ ਦਿੰਦੀ ਹੈ, ਕਾਂਗਰਸ ਤੇ ਹੁੰਦੀ ਹੈ ਤਾਂ ਉਹ ਕਹਿ ਦਿੰਦੀ ਹੈ, ਅਕਾਲੀ ਦਲ ਤੇ ਹੁੰਦੇ ਤਾਂ ਉਹ ਕਹਿ ਦਿੰਦੇ ਸਾਡੇ ਤੇ ਰੰਜਿਸ਼, ਸਾਡੇ ਤੇ ਕਾਂਗਰਸ ਤੇ ਰੌਲਾ ਪੈਂਦਾ ਹੀ ਰਹਿੰਦਾ। ਇਹ ਤਾਂ ਇੱਕ ਦੂਜੇ ਤੇ ਦੋਸ਼ ਲਾਉਂਦੇ ਹੀ ਹੈ। ਪਰ ਜੇ ਕਿ ਆਪਾਂ ਵੈਸੇ ਹੀ ਦੇਖਿਆ ਜਾਵੇ, ਕੁਝ ਪਰਸੈਂਟ ਜਿਹੜਾ ਹੁਣ ਸਾਹਮਣੇ ਆ ਰਿਹਾ, ਲੋਕ ਰੌਲਾ ਵੀ ਪਾ ਰਹੇ ਨੇ ਜਾਂ ਜਾਂਚ ਏਜੰਸੀਆਂ ਦੀ ਕਾਰਗੁਜ਼ਾਰੀ ਕਿਤੇ ਨਾ ਕਿਤੇ ਏਦਾਂ ਸਾਹਮਣੇ ਆਉਂਦੀ ਹੈ, ਤਾਂ ਉੱਥੇ ਕਿਹਾ ਜਾ ਰਿਹਾ ਕਿ ਜੇ ਕਾਂਗਰਸ ਨੂੰ ਕਿਤੇ ਨਾ ਕਿਤੇ ਢਾਹ ਲਾਉਣ ਵਾਸਤੇ ਵੀ ਗੱਲ ਹੋ ਰਹੀ ਹੈ ਤਾਂ ਹੁੰਦੀ ਹੋਊਗੀ, ਇਸ ਵਿੱਚ ਸ਼ੱਕ ਕੋਈ ਨਹੀਂ ਹੈ। ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਦੋਨੋਂ ਚੀਜ਼ਾਂ ਦੇ ਵਿੱਚ ਫਰਕ ਹੈਗੇ, ਪਰ ਪੈਰਲਲ ਚੱਲ ਵੀ ਰਹੀਆਂ ਨੇ। ਕਿਤੇ ਕਿਤੇ ਸਾਜ਼ਿਸ਼ ਵੀ ਹੈ, ਕਿਤੇ ਕਿਤੇ ਇਹ ਘਪਲੇ ਨਸ਼ਰ ਕਰਨ ਵਾਸਤੇ ਵਿਜੀਲੈਂਸ ਸਾਹਮਣੇ ਆ ਵੀ ਰਹੀ ਹੈ। ਸਰਕਾਰ ਜੇ ਕਿਤੇ ਕਿਸੇ ਕੁਝ ਪਰਸੈਂਟ ਕਿਸੇ ਮੁੱਦੇ ਦੇ ਉੱਤੇ ਕੁਝ ਪਰਸੈਂਟ ਜੇ ਸੁਹਿਰਦ ਹੋ ਕੇ ਕੰਮ ਕਰ ਰਹੀ ਹੈ, ਤਾਂ ਜੇ ਕੋਈ ਬੇਦੋਸ਼ਾ ਆ, ਜੇ ਉਹਦਾ ਦੋਸ਼ ਹੀ ਕੋਈ ਨਹੀਂ, ਤਾਂ ਉਹਨੂੰ ਡਰਨ ਦੀ ਵੀ ਕੋਈ ਲੋੜ ਨਹੀਂ ਹੈਗੀ ਜੀ। ਜੇ ਉਹਨੂੰ ਕਾਨੂੰਨ ਤੇ ਭਰੋਸਾ ਹੈ, ਜਾਂ ਉਹ ਕਹੇ ਕਿ ਫਲਾਣੀ ਚੀਜ਼ ਵਿਕ ਗਈ, ਦੇਸ਼ ਦੇ ਵਿੱਚ ਆ ਵੀ ਵਿਕਿਆ ਹੋਇਆ, ਆ ਬੰਦਾ ਵੀ ਵਿਕਿਆ ਹੋਇਆ, ਇਹਨੇ ਜਾਂਚ ਕਰਨੀ ਹੈ, ਇਹਨੇ ਫੈਸਲੇ ਸੁਣਾਉਣੇ ਨੇ, ਇਹ ਸਾਰੇ ਵਿਕੇ ਹੋਏ ਨੇ, ਫਿਰ ਸਾਹਮਣੇ ਆ ਕੇ ਗੱਲ ਕਰਨ, ਉਹਨਾਂ ਦੇ ਨਾਂ ਲੈ ਕੇ ਗੱਲ ਕਰਨ, ਜਾਂ ਉਹਨਾਂ ਅਹੁਦਿਆਂ ਦੀ ਗੱਲ ਕਰਨ ਜਿਨ੍ਹਾਂ ਨੇ ਜਾਂਚਾਂ ਕਰਨੀਆਂ ਜਾਂ ਫੈਸਲੇ ਸੁਣਾਉਣੇ ਨੇ, ਉਹਨਾਂ ਬਾਰੇ ਗੱਲ ਕਰਨ ਕਿ ਵਿਕੇ ਹੋਏ ਨੇ, ਕਿਹਨੇ ਖਰੀਦੇ ਨੇ, ਆ ਵੀ ਗੱਲ ਕਰਨ। ਉੱਥੇ ਆ ਕੇ ਸਾਰਿਆਂ ਦੀ ਚੁੱਪੀ ਬਣ ਜਾਂਦੀ ਆ। ਗੱਲ ਇਹ ਨਹੀਂ ਕਿ ਘਪਲੇ ਨਹੀਂ ਹੋਏ, ਗੱਲ ਇਹ ਵੀ ਨਹੀਂ ਕਿ ਦਬਾਅ ਹੇਠ ਨਹੀਂ ਜਾਂਚ ਏਜੰਸੀਆਂ, ਹੈਗਾ, ਪਰ ਜੇ ਘਪਲੇ ਹੋਏ ਨੇ ਤਾਂ ਉਹਨਾਂ ਦਾ ਨਸ਼ਰ ਹੋਣ ਵਾਸਤੇ ਗ੍ਰਿਫਤਾਰ ਹੋਣਾ ਵੀ ਲਾਜ਼ਮੀ ਹੈ, ਜਾਂਚਾਂ ਵੀ ਲਾਜ਼ਮੀ ਨੇ, ਰੇਡਾਂ ਵੀ ਲਾਜ਼ਮੀ ਨੇ, ਜ਼ਰੂਰੀ ਕਹਿ ਲਓ ਵੀ ਇਹ ਸਾਰਾ ਕੁਝ ਜ਼ਰੂਰੀ ਹੋ ਜਾਂਦਾ ਹੈ। ਪਰ ਇਦਾਂ ਦੇ ਬਿਆਨ ਦੇ ਦੇਣੇ ਕਿ ਅਸੀਂ ਬੇਦੋਸ਼ੇ ਆ ਤੇ ਸਾਡੇ ਤੇ ਕਾਰਵਾਈ ਨਾ ਕਰੋ, ਸਾਡੇ ਨਾਲ ਧੱਕਾ ਕਰ ਰਹੇ ਹਾਂ। ਪਰਮਿੰਦਰ ਜੀ, ਰਾਜਾ ਵੜਿੰਗ ਵੀ ਤਾਂ ਕਹਿੰਦੇ ਸੀ, ਉਹ ਕਹਿੰਦੇ ਸੀ ਕਿ ਜੇਕਰ ਤੁਸੀਂ 2022 ਚ ਸਾਡੀਆਂ ਫਾਈਲਾਂ ਖੋਲੋਗੇ ਤਾਂ 2027 ਚ ਅਸੀਂ ਤੁਹਾਡੀਆਂ ਫਾਈਲਾਂ ਖੋਲਾਂਗੇ। ਗੁਰਜਿੰਦਰ ਜੀ, ਮੈਨੂੰ ਲੱਗਦਾ ਨਹੀਂ ਕਿ ਇਸ ਬਿਆਨ ਨਾਲ ਇਹ ਗੱਲ ਸਾਬਤ ਹੁੰਦੀ ਹੈ ਕਿ ਜਿਹੜਾ 75-25 ਦਾ ਕੈਪਟਨ ਅਮਰਿੰਦਰ ਤੇ ਦੋਸ਼ ਲੱਗਿਆ ਸੀ ਉਹਦੇ ਚ ਪੂਰੀ ਕਾਂਗਰਸ ਹੀ ਸ਼ਾਮਲ ਹੈ ਜੀ। ਜੇ ਇਹਦਾ ਮਤਲਬ ਤਾਂ ਇਹੀ ਹੋ ਗਿਆ ਨਾ ਕਿ ਜੇ ਉਹ ਉਹਨਾਂ ਨਾਲ ਚੱਲਦਾ ਸੀ, ਇਹ ਗੇਮ ਚੱਲਦੀ ਸੀ ਅਕਾਲੀਆਂ ਨਾਲ, ਇਹਦਾ ਮਤਲਬ ਫਿਰ ਵੀ ਤੁਸੀਂ ਸਾਨੂੰ ਨਾ ਛੇੜਿਓ, ਅਸੀਂ ਰਾਜ ਕਰਾਂਗੇ, ਜਦੋਂ ਤੁਹਾਡਾ ਰਾਜ ਆਊਗਾ ਅਸੀਂ ਨਹੀਂ ਛੇੜਦੇ ਤੁਹਾਨੂੰ, ਤੁਸੀਂ ਜੋ ਮਰਜ਼ੀ ਕਰਿਓ। ਇਹ ਗੱਲ ਮੋਹਰ ਲਾ ਰਹੀ ਹੈ ਰਾਜਾ ਵੜਿੰਗ ਹੋਰਾਂ ਦੀ। ਜਿਹੜੀ ਮੈਂ ਪਿੱਛੇ ਗੱਲ ਕਰਕੇ ਹਟਿਆ ਕਿ ਕਿਤੇ ਨਾ ਕਿਤੇ ਦਬਾਅ ਹੇਠ ਵੀ ਹੁੰਦੀਆਂ ਨੇ ਜਾਂਚ ਏਜੰਸੀਆਂ, ਤਾਂ ਉਹਦੇ ਤੇ ਵੀ ਮੋਹਰ ਲਾਉਂਦੀ ਹੈ। ਜਿਹੜਾ ਪਹਿਲਾਂ ਇਹਨਾਂ ਨੇ 2002 ਦੇ ਵਿੱਚ ਸਰਕਾਰ ਸੀਗੀ, ਉਦੋਂ ਇਹ ਕੰਮ ਸ਼ੁਰੂ ਕਰੇ ਸੀਗੇ, ਉਦੋਂ ਧੱਕਾ ਵੀ ਕਰਿਆ ਸੀਗਾ, ਪਤਾ ਰੌਲਾ ਵੀ ਪਿਆ ਸੀ ਬਥੇਰਾ, ਤੇ ਹੁਣ ਫੇਰ ਉਹੀ ਗੱਲ ਹੋ ਰਹੀ ਹੈ। ਹੁਣ ਰਾਜਾ ਵੜਿੰਗ ਨੇ ਤਾਂ ਪੱਕਾ ਸ਼ੋਰ ਹੀ ਕਰਤਾ ਨਾ। ਪਹਿਲੀ ਤਾਂ ਗੱਲ 2027 ਕਿਹਨੇ ਦੇਖੀ ਆ? 2027 ਦੇ ਵਿੱਚ ਇਹਨਾਂ ਨੂੰ ਤਾਂ ਇਹ ਆਸ ਨਹੀਂ ਸੀ ਕਿ ਆਮ ਆਦਮੀ ਪਾਰਟੀ ਕਿਤੇ ਸੱਤਾ ਚ ਆ ਜਾਊਗੀ, ਕਿਸੇ ਨੂੰ ਵੀ ਆਸ ਨਹੀਂ ਸੀਗੀ, ਲੋਕਾਂ ਨੂੰ ਵੀ ਨਹੀਂ ਸੀਗੀ। ਐਵੇਂ ਆਪਾਂ ਗੱਲ ਕਰੀਏ, ਚਲੋ ਵੇਵ ਬਣੀ ਆ ਗਈ, ਹੁਣ 2027 ਚ ਪਤਾ ਨਹੀਂ ਕਿਹਦੀ ਵੇਵ ਬਣਨੀ ਆ। ਲੇਕਿਨ ਗੱਲ ਜਿਹੜੀ ਇਹ ਹੈ ਕਿ ਅਸੀਂ ਵੀ ਫਰੋਲਾਂਗੇ, ਸਾਡੀਆਂ ਕਿਉਂ ਫਰੋਲ ਰਹੇ ਹੋ? ਇਹਦਾ ਮਤਲਬ ਇੱਥੇ ਸਾਰਾ ਕੁਝ ਹੋਇਆ ਪਿਆ, ਪਤਾ ਸਭ ਨੂੰ ਆ। ਕਾਂਗਰਸੀਆਂ ਨੂੰ ਤਾਂ ਮਤਲਬ ਪਤਾ ਹੈ ਕਿ ਕਿੱਥੇ ਕੀ ਹੋਇਆ, ਕਿਹੜਾ ਬੰਦਾ ਕਿੰਨਾ ਕੁ ਕਰਪਟ ਹੈਗਾ, ਕਿੰਨੇ ਕੁ ਉਹਨੇ ਘਪਲੇ ਕਰੇ ਨੇ, ਤੇ ਇਹ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਇਹ ਵਿਰੋਧ ਕਰਕੇ ਲੋਕਾਂ ਦਾ ਜ਼ਿਆਦਾ ਰਾਜਾ ਵੜਿੰਗ ਤੇ ਸਫਾਈ ਦੇਣ, ਹੁਣ ਲੋਕਾਂ ਨੂੰ ਦੱਸਣ ਇਹਦੇ ਵਿੱਚ ਕੀ ਸੱਚਾਈ ਕੀ ਹੈ, ਤੁਸੀਂ ਇਹ ਕਿਸ ਮਕਸਦ ਨਾਲ ਗੱਲ ਕੀਤੀ ਹੈ। ਇਹਦਾ ਮਤਲਬ ਤਾਂ ਇਹੀ ਹੋਇਆ ਨਾ ਵੀ ਅਸੀਂ ਜਿਹੋ ਜਿਹੇ ਹੈਗੇ ਸਾਨੂੰ ਛੱਡੋ, ਨਹੀਂ ਤਾਂ ਅਸੀਂ ਤੁਹਾਨੂੰ ਵੀ ਦੇਖਾਂਗੇ। ਉਹ ਹੱਥ ਮਿਲਾ ਕੇ ਚੱਲਣਾ ਚੱਲੋ, ਨਹੀਂ ਤਾਂ ਨਹੀਂ ਚੱਲਣਾ, ਫਿਰ ਤੁਸੀਂ ਵੀ ਕਰਕੇ ਦਿਖਾਓ, ਅਸੀਂ ਵੀ ਦੇਖਾਂਗੇ। ਇਹ ਚੀਜ਼ਾਂ ਲੋਕਾਂ ਦੇ ਸਾਹਮਣੇ ਸਾਫ਼ ਹੁੰਦੀਆਂ ਜਾ ਰਹੀਆਂ ਨੇ। ਜਾਣੀ ਕਿ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ, ਮੈਂ ਕਹਿੰਦਾ ਇਹਦੇ ਵਿੱਚ ਦੋਰਾਵਾਂ ਕੋਈ ਨਹੀਂ ਕਿ ਹੌਲੀ ਹੌਲੀ ਜਿਹੜੇ ਇਦਾਂ ਦੇ ਕਰਪਟ ਬੰਦੇ ਨੇ, ਚਾਹੇ ਆਫੀਸਰ ਹੈ, ਚਾਹੇ ਅਧਿਕਾਰੀ ਹੈ, ਚਾਹੇ ਮੰਤਰੀ ਹੈ, ਉਹਨਾਂ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਹੈ। ਮੈਂ ਤਾਂ ਇਹ ਗੱਲ ਕਰਦਾ ਕਿ ਸਾਰਿਆਂ ਨੂੰ ਆਪਣੀਆਂ ਜਾਇਦਾਦਾਂ ਦਾ ਵੇਰਵਾ ਦੇਣਾ ਜ਼ਰੂਰੀ ਕਰ ਦੇਣਾ ਚਾਹੀਦਾ ਹੈ, ਖਾਸ ਕਰਕੇ ਜਿਹੜੇ MLA ਬਣੇ ਨੇ ਪਿਛਲੇ 30-40 ਸਾਲਾਂ ਤੋਂ।
ਉਹ ਦੱਸਣ ਕਿ ਇੰਨੀ ਆਮਦਨ ਸਾਨੂੰ ਇਹਨਾਂ ਸੋਰਸਾਂ ਤੋਂ ਹੋਈ ਹੈ, ਸੋਰਸਸ ਤੋਂ ਹੋਈ ਹੈ, ਸੋਮਿਆਂ ਤੋਂ ਹੋਈ ਹੈ, ਸਾਡੀ ਆਮਦਨ ਦੇ ਸੋਮੇ ਆ ਸੀ, ਸਾਡੇ ਕੋਲ ਐਮਐਲਏ ਬਣਨ ਤੋਂ ਪਹਿਲਾਂ ਆ ਜਾਇਦਾਦਾਂ ਸੀਗੀਆਂ, ਐਮਐਲਏ ਬਣਨ ਤੋਂ ਬਾਅਦ ਆ ਹੋਈਆਂ ਨੇ, ਇਹ ਸਾਡੀ ਇਨਕਮ ਦੇ ਹਿਸਾਬ ਨਾਲ ਜਾਇਜ਼ ਨੇ ਜੀ। ਬਿਲਕੁਲ ਉਹ ਕਰ ਦੇਣਾ ਚਾਹੀਦਾ, ਸਾਰੇ ਅਧਿਕਾਰੀਆਂ ਨੂੰ, ਅਫਸਰਾਂ ਨੂੰ ਕਰ ਦੇਣਾ ਚਾਹੀਦਾ ਕਿ ਉਹਨਾਂ ਕੋਲ ਕਿੰਨੀਆਂ ਜਾਇਦਾਦਾਂ ਸੀਗੀਆਂ ਤੇ ਅੱਜ ਕਿੰਨੀਆਂ ਨੇ। ਠੀਕ ਹੈ, ਇਹ ਕਾਰਵਾਈ ਹੋਣੀ ਚਾਹੀਦੀ ਹੈ। ਇਹਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ, ਇਹ ਆਮ ਲੋਕਾਂ ਦਾ ਭਲਾ, ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਬਖਸ਼ ਦਿਓ, ਚਾਹੇ ਛੋਟੇ ਲੈਵਲ ਦਾ ਬੰਦਾ ਹੈ ਚਾਹੇ ਵੱਡੇ ਲੈਵਲ ਦਾ, ਹਰ ਇੱਕ ਨੂੰ ਕਾਨੂੰਨ ਦੇ ਅਨੁਸਾਰ, ਇਹ ਨਹੀਂ ਕਿਸੇ ਪਾਰਟੀ ਦਾ ਬੰਦਾ ਹੈ, ਚਾਹੇ ਉਹ ਆਮ ਆਦਮੀ ਪਾਰਟੀ ਦਾ ਹੋਵੇ, ਚਾਹੇ ਅਕਾਲੀਆਂ ਦਾ ਹੋਵੇ, ਚਾਹੇ ਕਾਂਗਰਸੀਆਂ ਦਾ, ਚਾਹੇ ਕਿਸੇ ਹੋਰ ਪਾਰਟੀ ਦਾ ਹੋਵੇ, ਜਿਹੜਾ ਮਰਜ਼ੀ ਹੋਵੇ, ਜੇ ਲੱਗਦਾ ਉਦੋਂ ਜਾਇਦਾਦਾਂ ਤੋਂ ਨਿਕਲਿਆ ਹੋਣਾ ਸਾਰਾ ਕੁਝ, ਬੈਂਕ ਬੈਲੈਂਸ ਜਿਹੜੇ ਪਏ ਨੇ, ਕਿੱਥੇ ਕਿੱਥੇ ਖਾਤੇ ਨੇ, ਜੇ ਉਹਦਾ ਖਾਤਾ ਨਿਕਲਦਾ ਚੱਕ ਕੇ ਅੰਦਰ ਦਿਓ, ਫਿਰ ਵਿਰੋਧ ਕਰਕੇ ਦਿਖਾਉਣ ਇਹ ਬੰਦੇ ਕੌਣ ਕਰਦਾ। ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹਰ ਇੱਕ ਤੇ ਕਾਰਵਾਈ ਹੋਣੀ ਜ਼ਰੂਰੀ ਹੈ, ਪਰ ਜੇ ਐ ਵਿਰੋਧ ਕਰੋਗੇ, ਇਹਨਾਂ ਨੂੰ ਹੁਣ ਇੰਨੇ ਕੁ ਇਹ ਮੇਰੇ ਖਿਆਲ ਬੌਂਦਲੇ ਫਿਰਦੇ ਨੇ ਕਾਂਗਰਸ ਵਾਲੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਕਹਿਣਾ ਕੀ ਆ। ਪ੍ਰੈਸ ਦੇ ਵਿੱਚ ਤਾਂ ਆ ਜਾਂਦੇ ਨੇ, ਲਾਈਵ ਵੀ ਹੋ ਕੇ ਖੜ ਜਾਂਦੇ ਨੇ, ਪਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਕਹਿਣਾ। ਗੱਲ ਉਹ ਨਹੀਂ ਹੈ, ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ, ਲੈਣਾ ਚਾਹੀਦਾ, ਇੱਥੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਚਾਹੀਦਾ। ਜੇ ਇੱਥੇ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਜਾਂ ਭਾਜਪਾ ਦੇ ਅੰਡਰ ਕੰਮ ਕਰਦੀ ਹੈ ਕੋਈ ਇਸ ਤਰ੍ਹਾਂ ਦਾ, ਜਾਂਚ ਏਜੰਸੀਆਂ ਨੂੰ ਉਹ ਵਰਤ ਰਹੀ ਹੈ, ਤਾਂ ਨੰਗਾ ਕਰੋ ਉਸ ਗੱਲ ਨੂੰ, ਸਬੂਤ ਲੈ ਕੇ ਲੋਕਾਂ ਦੇ ਸਾਹਮਣੇ ਰੱਖੋ। ਅੱਜ ਮੀਡੀਆ ਤੁਸੀਂ ਯੂਜ਼ ਤਾਂ ਕਰਦੇ ਹੋ, ਸੋਸ਼ਲ ਮੀਡੀਆ ਵਰਤ ਰਹੇ ਹੋ, ਪਰ ਉਹਦਾ ਸਦ ਉਪਯੋਗ ਕਰੋ, ਲੋਕਾਂ ਵਾਸਤੇ ਕੰਮ ਕਰੋ। ਜੀ ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਸ਼ੁਕਰੀਆ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਚੈਨਲ ਪੰਜਾਬੀ। ਧੰਨਵਾਦ।